जी। दीदने दीदार साहिब कछ नहीं इसका मोल। पाक पर बिदगार तू खुद खसम बड़ा अतोल। ऊच अपार बेअंत स्वामी कौन जाने गुण तेरे। गावते उदर है सुनते उदर है बिन सह पाप कनेरे। सतगुर नो सब को बेखदा जेता जगत संसार। डिठै मुक्त न होवै जिचर शब्द न करे विचार। बाणी बिरलो विचारसी जे को गुरमुख होए। एह बाणी महापुरख की निज घर वासा होए। वाहिगुरु साहिब जी असंख मूरख अंधकोर असंख चोर हराम खोर। असंख मूरख अंधकोर असंख चोर हराम खोर। असंख अमर कर जाहे जोर। असंख गल वड हत्या कमाहे। असंख पापी पाप कर जाहे। असंख कूड़ियार कूड़े फिराहे। असंख मलेश मल भख खाहे। असंख निंदक सिर करहै भार। नानक नीच कहै विचार। वारिया ना जावा एक बार। जो तुद भावै साई भली कार। तू सदा सलामत निरंकार। जो तुद भावै साई भली कार। तू सदा सलामत निरंकार। वाहिगुरु जी का खालसा वाहिगुरु जी की फतेह। जुगो जुग अटल चावर छतर तख्त दे मालक गुरता गद्दी ते विराजमान पावन तख्त साहिब जी विखे प्रकाशमान हाजरा हजूर जहरा जहूर सर्ब कला भरपूर। धन गुरु सतगुरु श्री गुरु ग्रंथ साहिब महाराज सच्चे पातशाह जी की पावन पवित्र हजूरी दे अंदर
गुरु कलगीधर पातशाह अमृत के दाते सरबंस दाने नीले दे शाह सवार सतगुरु श्री गुरु गोबिंद सिंह साहिब जी महाराज तिन्हां दे पावन अस्थान खालसा पंथ जी दे चौथे महान तखत श्री दमदमा साहिब गुरु काशी विखे ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ, ਵਡਭਾਗੇ ਹਾਂ ਆਪਾਂ ਸਾਰੇ ਹੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੀ ਬਦੌਲਤ ਆਪ ਜੀ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋ ਕੇ ਸ਼ਰਧਾ ਭਾਵਨਾ ਚਾਉ ਦੇ ਨਾਲ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸਜ ਬੈਠੇ ਹੋ। ਗੁਰੂ ਸਵਾਰੇ ਸਨਮਾਨਯੋਗ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਉਸ ਲੜੀ ਤਹਿਤ ਆਪ ਜੀ ਨੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਉਹਦਾ ਮੂਲ ਪਾਠ ਸਰਵਣ ਕੀਤਾ ਹੈ। ਜਪਜੀ ਸਾਹਿਬ ਜੀ ਦੀ 18 ਨੰਬਰ ਪੌੜੀ 18ਵੀਂ ਪੌੜੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 4 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ, ਉਹਦਾ ਮੂਲ ਪਾਠ ਸਰਵਣ ਕਰਿਆ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਪੌੜੀ ਦੇ ਅੰਦਰ ਕੀ ਸੇਧ ਬਖਸ਼ਿਸ਼ ਕਰ ਰਹੇ ਨੇ, ਕੀ ਸੋਝੀ ਪ੍ਰਦਾਨ ਕਰ ਰਹੇ ਨੇ। ਆਓ ਭਾਗਾਂ ਵਾਲਿਓ, ਸਮਾਂ ਪ੍ਰਾਪਤ ਹੋਇਆ ਹੈ ਬਾਣੀ ਦੀ ਵਿਚਾਰ ਨਾਲ ਜੁੜੀਏ। ਸੁਰਤੀਆਂ ਬਿਰਤੀਆਂ ਨੂੰ ਸ਼ਬਦ ਦੀ ਵਿਚਾਰ ਨਾਲ ਜੋੜਦਿਆਂ ਹੋਇਆਂ ਉਸ ਤੋਂ ਪਹਿਲਾਂ ਆਓ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਵਾਸਤੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮੇਸ਼ਰ ਪਰਮਾਤਮਾ ਦੀ ਜੋ ਰਚਨਾ ਹੈ, ਜੋ ਉਹਦੀ ਇਹ ਸ੍ਰਿਸ਼ਟੀ ਹੈ, ਜੋ ਉਹਨੇ ਕਾਇਨਾਤ ਸਿਰਜੀ ਹੈ, ਜੋ ਉਹਨੇ ਸੁੰਦਰ ਦੁਨੀਆ ਸਿਰਜੀ ਹੈ, ਇਹ ਸੰਸਾਰ ਸਿਰਜਿਆ ਹੈ, ਉਹਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ ਹੈ, ਉਸ ਪਾਸੇ ਮਹਾਰਾਜ ਕਿਰਪਾ ਕਰ ਰਹੇ ਨੇ। ਜਿਵੇਂ ਪਿਛਲੀ ਪੌੜੀ ਦੇ ਵਿੱਚ ਆਪਾਂ ਸਰਵਣ ਕੀਤਾ ਸੀ, ਮਹਾਰਾਜ ਕਹਿੰਦੇ ਸੀ ਕੁਦਰਤ ਕਾਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਮੇਸ਼ਰ ਜੀ ਤੇਰੀ ਕੁਦਰਤ ਦਾ ਪਸਾਰਾ ਇਤਨਾ ਵੱਡਾ ਹੈ, ਮੈਂ ਇਹਦੀ ਕੀ ਵਿਚਾਰ ਕਰ ਸਕਦਾ, ਮੈਂ ਨਾ ਚੀਜ਼ ਇਹਦੇ ਬਾਰੇ ਕੀ ਕਹਿ ਸਕਦਾ, ਕੀ ਬੋਲ ਸਕਦਾ, ਕੀ ਵਿਆਖਿਆ ਕਰ ਸਕਦਾ। ਮੈਂ ਤਾਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਵੀ ਨਹੀਂ ਜਾ ਸਕਦਾ, ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ। ਜੋ ਤੈਨੂੰ ਭਾਰੇ ਹੈ ਉਹੀ ਕੁਝ ਹੋ ਰਿਹਾ ਹੈ, ਉਹੀ ਭਲੀ ਕਾਰ ਹੈ, ਔਰ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਸਲਾਮਤ ਰਹਿਣ ਵਾਲਾ। ਦੇਖੋ ਮਹਾਰਾਜ ਇਸ ਪੌੜੀ ਦੇ ਅੰਦਰ ਜਿਹਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਇਹਦੀਆਂ ਅੰਤਲੀਆਂ ਪੰਕਤੀਆਂ ਦੇ ਵਿੱਚ ਵੀ ਸ਼ਬਦ ਇਹੀ ਵਰਤ ਰਹੇ ਨੇ, ਥੋੜਾ ਜਿਹਾ ਫਰਕ ਪਾਇਆ। ਇੱਥੇ ਕਹਿੰਦੇ ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅੱਜ ਸਤਿਗੁਰੂ ਜੀ ਨੇ ਥੋੜਾ ਜਿਹਾ ਫਰਕ ਹੀ ਪਾਇਆ। ਕੁਦਰਤ ਕਾਵਣ ਕਹਾਂ ਵਿਚਾਰ ਦੀ ਜਗ੍ਹਾ ਨਾਨਕ ਨੀਚ ਕਹੈ ਵਿਚਾਰ ਸ਼ਬਦ ਵਰਤੇ ਨੇ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕੁਦਰਤ ਦੀ ਖੇਡ ਹੈ, ਕਰਤਾਰ ਦਾ ਇਹ ਪਸਾਰਾ ਹੈ, ਇੱਥੇ ਜੋ ਕੁਝ ਵੀ ਵਾਪਰ ਰਿਹਾ ਹੈ ਉਹਦੇ ਬਾਰੇ ਇਸ਼ਾਰਾ ਕਰ ਰਹੇ ਨੇ। ਕੱਲ ਦਾ ਜਿਹੜਾ ਪੌੜੀ ਸ਼ਬਦ ਸੀ, ਕੱਲ ਦੀ ਪੌੜੀ ਦੇ ਅੰਦਰ ਗੁਰੂ ਸਾਹਿਬ ਨੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਚੰਗੇ ਕਰਮ, ਚੰਗੀਆਂ ਆਦਤਾਂ, ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੇ ਨਾਮ ਦੇ ਉੱਪਰ ਜੋ ਜਪ ਤਪ ਹੋ ਰਿਹਾ ਹੈ ਉਹਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਸੀ। ਅੱਜ ਬਿਲਕੁਲ ਮਹਾਰਾਜ ਉਹਦੇ ਵਿਪਰੀਤ ਵੀ ਜੇ ਇੱਥੇ ਅਸੀਂ ਐਸਾ ਵੇਖਦੇ ਹਾਂ ਅਸੰਖ ਜਪ ਹੋ ਰਹੇ ਨੇ, ਤਪੱਸਿਆ ਹੋ ਰਹੀਆਂ ਨੇ, ਔਰ ਬਹੁਤ ਕੁਝ ਧਰਮ ਦੇ ਨਾਮ ਤੇ ਹੋ ਰਿਹਾ,
ਇੱਥੇ ਉਹਦੇ ਵਿਪਰੀਤ ਵੀ ਬਹੁਤ ਕੁਝ ਹੋ ਰਿਹਾ ਹੈ। ਇੱਥੇ ਤੇ ਆਪਾਂ ਵਿਰੋਧੀ ਚੀਜ਼ਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ। ਬਿਲਕੁਲ ਜਿਵੇਂ ਦਿਨ ਤੇ ਰਾਤ ਕੱਲ ਵੀ ਬੇਨਤੀ ਕੀਤੀ ਸੀ, ਔਰ ਉਸੇ ਤਰ੍ਹਾਂ ਇੱਥੇ ਕੀ ਮਹਾਰਾਜ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਇੱਥੇ ਅਸੰਖ ਹੀ ਐਸੇ ਲੋਕ ਨੇ ਜਿਹੜੇ ਮੂਰਖ ਨੇ। ਅਸੰਖ ਮੂਰਖ ਸ਼ਬਦ ਵਰਤੇ ਆ, ਮੂਰਖ 1 2 5 7 ਨਹੀਂ। ਔਰ ਮਹਾਰਾਜ ਕਹਿੰਦੇ ਗਿਣਤੀ ਨਹੀਂ ਹੈ ਕੋਈ। ਮੂਰਖ ਦਾ ਅਰਥ ਹੁੰਦਾ ਹੈ ਜਿਹੜਾ ਬੰਦਾ ਆਪਣੇ ਮੂੰਹ ਨੂੰ ਅੱਗੇ ਰੱਖ ਕੇ, ਆਪਣੇ ਨੱਕ ਨੂੰ ਅੱਗੇ ਰੱਖ ਕੇ ਕੰਮ ਕਰਦਾ ਹੈ। ਉਹਦੇ ਲਈ ਗੁਰੂ ਕੋਈ ਅਰਥ ਨਹੀਂ ਰੱਖਦਾ ਮਾਫੀ ਦੇਣੀ, ਕੋਈ ਪੀਰ ਉਹਦੇ ਲਈ ਅਰਥ ਨਹੀਂ ਰੱਖਦਾ, ਕੋਈ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ, ਉਹਨੇ ਆਪਣੇ ਆਪ ਨੂੰ ਅੱਗੇ ਰੱਖਣਾ, ਆਪਣੇ ਮੂੰਹ ਨੂੰ ਅੱਗੇ ਰੱਖਣਾ, ਬਸ ਉਹਨੂੰ ਜੋ ਚੰਗਾ ਲੱਗਦਾ ਹੈ ਔਰ ਉਹ ਕਰਨਾ ਹੈ। ਅਸੰਖ ਹੀ ਲੋਕ ਐਸੇ ਨੇ ਜਿਹੜੇ ਮੂਰਖਤਾ ਭਰਿਆ ਕੰਮ ਕਰ ਰਹੇ ਨੇ। ਮੂਰਖਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਹੀ ਐਸੇ ਨੇ ਜਿਹੜੇ ਅੰਧਕਾਰ ਦੇ ਵਿੱਚ ਨੇ, ਹਨੇਰੇ ਦੇ ਵਿੱਚ ਨੇ, ਘੋਰ ਘੁੱਪ ਹਨੇਰੇ ਦੇ ਵਿੱਚ ਨੇ। ਹੁਣ ਇੱਥੇ ਜਿਹੜਾ ਅੰਧ ਘੋਰ ਹੈ, ਇਹਦਾ ਮਤਲਬ ਗੁਰੂ ਸਾਹਿਬ ਨੇ ਜਿਵੇਂ ਬਾਣੀ 'ਚ ਕਈ ਥਾਵਾਂ ਤੇ ਹੋਰ ਵੀ ਇਸ਼ਾਰੇ ਕੀਤੇ ਨੇ। ਇੱਕ ਬਾਹਰਲਾ ਹਨੇਰਾ ਹੈ, ਬਾਹਰਲਾ ਅੰਧਕਾਰ ਹੈ, ਬਾਹਰਲਾ ਘੁੱਪ ਹਨੇਰਾ ਹੈ। ਜਿਤਨਾ ਬਾਹਰ ਘੁੱਪ ਹਨੇਰਾ ਹੋਏਗਾ ਉਤਨਾ ਹੀ ਮਨੁੱਖ ਡਰੇਗਾ, ਘਬਰਾਏਗਾ, ਸੱਟਾਂ ਖਾਏਗਾ, ਭਟਕਣਾ 'ਚ ਪੈ ਜਾਏਗਾ। ਔਰ ਜਿਤਨਾ ਅੰਦਰੂਨੀ ਤੌਰ ਤੇ ਮਨੁੱਖ ਹਨੇਰੇ 'ਚ ਹੋਵੇਗਾ ਔਰ ਉਤਨਾ ਹੀ ਅੰਦਰੂਨੀ ਤੌਰ ਤੇ, ਅਧਿਆਤਮਿਕ ਤੌਰ ਤੇ ਉਹ ਛੱਟਾਂ ਖਾਏਗਾ, ਠੋਕਰਾਂ ਖਾਏਗਾ, ਭਟਕਣਾ ਦੇ ਵਿੱਚ ਪਿਆ ਰਹੇਗਾ, ਡਰਦਾ ਰਹੇਗਾ, ਘਬਰਾਉਂਦਾ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਹੀ ਮੂਰਖ ਨੇ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਸੁਣਦੇ ਹੈਗੇ ਨੇ ਪਰ ਮੰਨਣ ਤੋਂ ਕਿਤੇ ਨਾ ਕਿਤੇ ਪਾਸੇ ਚਲੇ ਜਾਂਦੇ ਨੇ। ਪੜ੍ਹਦੇ ਜ਼ਰੂਰ ਨੇ ਪਰ ਉਹਨਾਂ ਨੂੰ ਕਮਾਉਣ ਤੋਂ ਕਿਤੇ ਨਾ ਕਿਤੇ ਪਾਸੇ ਚਲੇ ਜਾਂਦੇ ਨੇ। ਔਰ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਵੀ ਇੱਕ ਸ਼ਬਦ ਆਖਿਆ, ਬਾਬਾ ਕਬੀਰ ਸਾਹਿਬ ਜੀ ਨੇ, ਜਿੱਥੇ ਉਹ ਕਹਿੰਦੇ ਨੇ ਹਾਥ ਦੀਪ ਕੂਏ ਪਰੇ ਕਾਹੇ ਕੀ ਕੁਸਲਾਤ। ਕਹਿੰਦੇ ਇੱਕ ਅੰਨਾ ਬੰਦਾ ਹੈਗਾ ਔਰ ਉਹ ਟੋਏ 'ਚ ਡਿੱਗ ਜਾਏ ਤੇ ਉਹਨੂੰ ਕੱਢਣ ਵਾਸਤੇ ਚਲੋ ਲੋਕ ਆ ਜਾਂਦੇ ਨੇ, 5-7 ਲੋਕ ਆ ਜਾਣਗੇ, ਵਿਚਾਰੇ ਨੂੰ ਦਿਸਦਾ ਕੋਈ ਨਹੀਂ, ਹਨੇਰਾ ਸੀਗਾ, ਇਹਨੂੰ ਪਤਾ ਨਹੀਂ ਲੱਗਿਆ, ਤਰਸ ਕਰਨਗੇ ਉਹਦੇ ਤੇ, ਮਦਦ ਕਰਨਗੇ, ਉਹਦੀ ਹੈਲਪ ਕਰਨ ਲਈ ਅੱਗੇ ਆਣਗੇ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਹੱਥ ਤੇ ਦੀਵਾ ਬਾਲਿਆ ਹੋਵੇ, ਹੱਥ ਵਿੱਚ ਟਾਰਚ ਵੀ ਫੜੀ ਹੋਵੇ, ਲਾਈਟ ਵੀ ਹੋਵੇ ਹੱਥ ਵਿੱਚ, ਤੇ ਫਿਰ ਵੀ ਟੋਏ 'ਚ ਡਿੱਗ ਜਾਣ, ਫਿਰ ਲੋਕਾਂ ਦੇ ਜਿਹੜੇ ਵਿਊਜ਼ ਨੇ ਉਹ ਕੀ ਹੋਣਗੇ? ਲੋਕਾਂ ਦੀ ਗੱਲ ਕੀ ਹੋਵੇਗੀ ਵੀ ਇਹ ਅੰਨਾ ਹੋ ਗਿਆ, ਇਹਨੂੰ ਦਿਸਦਾ ਨਹੀਂ ਹੈ, ਚੰਗਾ ਭਲਾ ਟੋਆ ਹੈ, ਇਹਦੀਆਂ ਅੱਖਾਂ ਨੇ ਕੀ ਹੈ, ਕਿੰਨੇ ਕੁਝ ਲੋਕ ਕਹਿੰਦੇ ਨੇ। ਸੋ ਕਹਿਣ ਤੋਂ ਭਾਵ ਬਹੁਤ ਬੰਦੇ ਆਪਣੀ ਮੂਰਖਤਾ ਕਰਕੇ ਔਰ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਕਹਿੰਦੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਨੂੰ ਨਾ ਸੁਣਨ ਤੇ ਨਾ ਮੰਨਣ ਕਰਕੇ ਉਸ ਪਾਸੇ ਪਏ ਹੋਏ ਨੇ ਜਿੱਧਰ ਉਹਨਾਂ ਨੂੰ ਲੱਖ ਸਮਝਾ ਲਓ ਨਹੀਂ ਸਮਝਦੇ। ਐਸੇ ਲੋਕ ਵੀ ਨੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਉਪਦੇਸ਼ ਦੇ ਚੱਲੋ, ਸਿੱਖਿਆਵਾਂ ਸੁਣਾਈ ਚੱਲੋ ਔਰ ਉਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹ ਕੇ ਸੁਣਾ ਦਿਓ, ਉਹਨਾਂ ਦੀ ਵਿਆਖਿਆ ਕਰਕੇ ਸੁਣਾ ਦਿਓ, ਉਹਨਾਂ ਨੂੰ ਜਿਵੇਂ ਮਰਜ਼ੀ, ਪਰ ਉਹਨਾਂ ਦੀ ਹਾਲਤ ਜਿਹੜੀ ਬਿਲਕੁਲ ਪਸ਼ੂਆਂ ਜੈਸੀ ਹੈ। ਜਿਵੇਂ ਆਪਾਂ ਆਮ ਕਹਾਵਤ ਪੜ੍ਹਦੇ ਹਾਂ ਵੀ ਮੱਝ ਅੱਗੇ ਬੀਨ ਵਜਾਉਣ ਦਾ ਫਾਇਦਾ ਕੋਈ ਨਹੀਂ ਹੈਗਾ, ਉਹ ਪਤਾ ਹੀ ਨਹੀਂ ਉਹਨੂੰ ਇਸ ਹਿਸਾਬ ਕਿਤਾਬ ਦਾ। ਇਸੇ ਤਰ੍ਹਾਂ ਦੇ ਬਹੁਤੇ ਲੋਕ ਇਸ ਤਰ੍ਹਾਂ ਦੀ ਮੂਰਖਤਾ ਭਰੇ ਜੀਵਨ ਜਿਉ ਰਹੇ ਨੇ। ਉਹਨਾਂ ਨੂੰ ਜੋ ਮਰਜ਼ੀ ਪੜ੍ਹ ਕੇ ਸੁਣਾਈ ਚੱਲੋ, ਜੋ ਮਰਜ਼ੀ ਕਹੀ ਚੱਲੋ, ਭਾਈ ਗੁਰੂ ਆਹ ਕਹਿੰਦਾ, ਧਾਰਮਿਕ ਗ੍ਰੰਥ ਆ ਕਹਿੰਦੇ ਨੇ, ਉਹਨਾਂ ਦਾ ਜੀਵਨ ਆਪਣੇ ਹਿਸਾਬ ਦਾ ਹੀ ਆ। ਬਸ ਆਪਾਂ ਕਹਿੰਦੇ ਆ ਭਾਈ ਇਹਨੂੰ ਬਹੁਤਾ ਨਾ ਸਮਝਾਓ, ਇਹ ਤਾਂ ਮੂਰਖ ਹੈ, ਇਹਨੇ ਸਮਝਣਾ ਥੋੜੋ ਹੈ, ਇਹ ਤਾਂ ਹੱਦ ਦਰਜੇ ਦਾ ਮੂਰਖ ਹੈ, ਇਹਦੀ ਅਕਲ ਕੰਮ ਨਹੀਂ ਕਰਦੀ। ਬਾਬਾ ਕਬੀਰ ਸਾਹਿਬ ਨੇ ਸ਼ਾਇਦ ਇਸੇ ਕਰਕੇ ਬਾਣੀ ਚ ਆਖਿਆ ਸੀ, ਉਹਨਾਂ ਨੇ ਜਦੋਂ ਵੇਖਿਆ ਵੀ ਇੰਨਾ ਪਾਠ ਪਠਨ ਹੋ ਰਿਹਾ ਵੇਦਾਂ ਦਾ, ਸਿਮਰਤੀਆਂ ਦਾ, ਸ਼ਾਸਤਰਾਂ ਦਾ, ਧਾਰਮਿਕ ਗ੍ਰੰਥਾਂ ਦਾ, ਔਰ ਇੰਨੇ ਹੀ ਕੁਝ ਹੋ ਰਿਹਾ, ਵੇਦ ਕਿਤੇ ਪੜ੍ਹੇ ਜਾ ਰਹੇ ਨੇ, ਪਰ ਲੋਕ ਫਿਰ ਪੁੱਠੇ ਕੰਮ ਕਰੀ ਜਾ ਰਹੇ ਨੇ, ਫਿਰ ਮਾੜੇ ਕੰਮ ਕਰੀ ਜਾ ਰਹੇ ਨੇ, ਘਟੀਆ ਕੰਮ ਫਿਰ ਕਰੀ ਜਾ ਰਹੇ ਨੇ, ਬਦਨਾਮੀ ਫਿਰ ਕੱਟੀ ਜਾ ਰਹੇ ਨੇ, ਔਰ ਫਿਰ ਉਹ ਗਲਤ ਕੰਮ ਜਿਨ੍ਹਾਂ ਨੂੰ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਹੈ, ਸਮਾਜ ਵੀ ਇਜਾਜ਼ਤ ਨਹੀਂ ਦਿੰਦਾ ਹੈ, ਧਰਮ ਵੀ ਇਜਾਜ਼ਤ ਨਹੀਂ ਦਿੰਦਾ ਹੈ, ਕੋਈ ਇਜਾਜ਼ਤ ਦਿੰਦਾ ਹੀ ਨਹੀਂ, ਫਿਰ ਵੀ ਲੋਕ ਕਰੀ ਜਾ ਰਹੇ ਨੇ। ਫਿਰ ਕਸੂਰ ਕਿਹਨਾਂ ਦਾ ਹੈ? ਧਾਰਮਿਕ ਗ੍ਰੰਥਾਂ ਦਾ। ਕਸੂਰ ਕਿਹਨਾਂ ਦਾ? ਸਤਿਪੁਰਸ਼ਾਂ ਦਾ ਕਿ ਮੰਨਣ ਵਾਲਿਆਂ ਦਾ। ਬਾਬਾ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਆਖਿਆ, ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿਹੜਾ ਵਿਚਾਰ ਨਹੀਂ ਨਾ ਕਰਦਾ, ਕਮੀ ਉੱਥੇ ਹੈ। ਜਦੋਂ ਹੁਣ ਕੋਈ ਉੱਪਰਲਾ ਨੌਨ ਸਿੱਖ ਵੇਖਦਾ ਹੈ ਵੀ ਸਿੱਖਾ ਕੀ ਕਰ ਰਹੇ ਨੇ,
ਤੇ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਵੀ ਇਹ ਕਸੂਰ ਬਾਬਾ ਜੀ ਦੀ ਬਾਣੀ ਦਾ ਨਹੀਂ ਹੈ, ਕਸੂਰ ਗੁਰੂ ਸਾਹਿਬ ਦਾ ਨਹੀਂ ਹੈ, ਕਸੂਰ ਤੇ ਇਹਨਾਂ ਵਿਚਾਰੇ ਸਿੱਖਾਂ ਦਾ ਜਿਨ੍ਹਾਂ ਨੇ ਅਕਲ ਤੋਂ ਕੰਮ ਲਿਆ ਹੀ ਨਹੀਂ। ਰੋਜ਼ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੇ ਜਾਂਦੇ ਵੀ ਨੇ, ਮੱਥਾ ਵੀ ਟੇਕਦੇ ਨੇ, ਚਲੋ ਫਟਾਫਟ ਗਏ, ਪ੍ਰਕਰਮਾ ਕੀਤੀ, ਪ੍ਰਸ਼ਾਦ ਲਿਆ ਤੇ ਚਲੋ ਕਰਨ। ਗੁਰਦੁਆਰੇ ਦਾ ਜਿਹੜਾ ਮਕਸਦ ਸੀਗਾ, ਜਿਹਦਾ ਬਾਬਾ ਜੀ ਨੇ ਬਾਣੀ ਜ਼ਿਕਰ ਕੀਤਾ, ਗੁਰੂਦੁਆਰਾ ਹੋਏ ਤਾਂ ਸੋਝੀ ਪਾਏ ਸੀ, ਸੋਝੀ ਲੈਣ ਜਾਣਾ ਸੀ, ਸਮਝ ਲੈਣ ਜਾਣਾ ਸੀ ਗੁਰੂ ਸਾਹਿਬ ਕਹਿੰਦੇ ਕੀ ਨੇ, ਅਸੀਂ ਆਪਣਾ ਜੀਵਨ ਕਿਸ ਢੰਗ ਦਾ ਜਿਉਣਾ, ਉਹ ਤਾਂ ਅਸੀਂ ਬੈਠੇ ਹੀ ਕੋਈ ਨਹੀਂ, ਉਹ ਤਾਂ ਅਸੀਂ ਧਿਆਨ ਹੀ ਨਹੀਂ ਦਿੱਤਾ ਬਾਣੀ ਦੀ ਕਥਾ ਕਿਹੜੀ ਚੱਲ ਰਹੀ ਹੈ, ਕੀ ਮਹਾਰਾਜ ਕਹਿ ਰਹੇ ਨੇ, ਕੀ ਇਸ਼ਾਰੇ ਨੇ, ਬਿਲਕੁਲ ਅਸੀਂ ਧਿਆਨ ਨਹੀਂ ਦਿੱਤਾ। ਸ਼ਾਇਦ ਇਸੇ ਕਰਕੇ ਕਈ ਸਿੱਖ ਕਹਿੰਦੇ ਚਲੋ ਜੀ ਸਾਰੀਆਂ ਥਾਵਾਂ ਤੇ ਮੱਥੇ ਟੇਕ ਦੇਣੇ ਚਾਹੀਦੇ ਨੇ, ਕੀ ਫਰਕ ਹੈ। ਬਹੁਤੇ ਸਿੱਖ ਵੀ ਕਹਿੰਦੇ ਨੇ ਨਾ ਵੀ ਗੁਰਦੁਆਰੇ 'ਚ ਵੀ ਮੱਥਾ ਟੇਕ ਕੇ ਆਉਂਦੇ, ਅਸੀਂ ਆਉਂਦੇ ਹੋਏ ਮੰਦਿਰ ਆਉਂਦਾ ਉੱਥੇ ਵੀ ਟਿੱਕਾ ਲਵਾਏ ਆਉਂਦੇ ਆ, ਤੇ ਜਾਂਦੇ ਹੋਏ ਕੋਈ ਮੜੀ ਮਸਾਣੀ ਆ ਗਈ ਉੱਥੇ ਵੀ ਚਲੋ ਅਸੀਂ ਤੇ ਨਮਸਕਾਰ ਕਰ ਜਾਂਦੇ ਆ, ਕੋਈ ਹੋਰ ਪੀਰਖਾਨਾ ਆ ਗਿਆ, ਕੋਈ ਹੋਰ ਆ ਗਿਆ, ਉੱਥੇ ਵੀ ਰੋਟ ਰੂਟ ਚੜਾ ਦਿੰਦੇ ਆ, ਚਲੋ ਬਈ ਸਾਰਿਆਂ ਨੂੰ ਖੁਸ਼ ਰੱਖਣਾ ਚਾਹੀਦਾ। ਕੀ ਫਰਕ ਪੈਂਦਾ? ਇਹ ਸਾਡੀ ਸਮਝ ਹੈ ਨਾ, ਇਹ ਅਸੀਂ ਕਹਿੰਦੇ ਆ। ਜੇ ਗੁਰੂ ਦੇ ਕੋਲੇ ਕਦੇ ਬੈਠੇ ਹੁੰਦੇ, ਕਦੇ ਮਹਾਰਾਜ ਦੇ ਬਚਨ ਸੁਣੇ ਹੁੰਦੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਫਿਰ ਮਹਾਰਾਜ ਦੇ ਇਹ ਬਚਨ ਕਮਾਉਣੇ ਸੀਗੇ। ਮਹਾਰਾਜ ਨੇ ਫਿਰ ਸਾਨੂੰ ਕਿੰਨੀ ਵਾਰ ਆਖਿਆ ਵੀ ਗੌਰ ਮੜੀ ਮੱਠ ਭੂਲ ਨਾ ਮਾਨੇ ਵਾਲੇ ਬਚਨ ਪੜ੍ਹਦੇ ਆ ਨਾ। ਹੁਣ ਸਿੱਖ ਬਹੁਤੇ ਸਿਆਣੇ ਹੋ ਗਏ, ਪਤਾ ਨਹੀਂ, ਕਹਿੰਦੇ ਲੈ ਐਵੇਂ ਰੌਲਾ ਪਾਈ ਜਾਂਦੇ ਨੇ ਕਥਾਕਾਰ, ਵਿਦਵਾਨ, ਸੰਗ ਮਹਾਪੁਰਸ਼, ਬਈ ਮੜੀਆਂ ਮਸਾਣੀ, ਕੋਈ ਗੱਲ ਨਹੀਂ ਜੀ, ਉੱਥੇ ਵੀ ਮੱਥਾ ਟੇਕ ਦੇਣਾ ਚਾਹੀਦਾ, ਉੱਥੇ ਵੀ ਅਖੰਡ ਪਾਠ ਕਰਾ ਦੇਣੇ ਚਾਹੀਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ 'ਚ ਹੁਕਮਨਾਮੇ ਹੋਏ ਨੇ ਵੀ ਕਿਹੜੇ ਕਿਸੇ ਮੜੀ ਮਸਾਣੀ ਤੇ ਅਖੰਡ ਪਾਠ ਸਾਹਿਬ ਨਹੀਂ ਹੋਏਗਾ, ਪਰ ਸਾਡੇ ਸਿੱਖਾਂ ਨੇ ਕਈਆਂ ਥਾਵਾਂ ਤੇ ਰੌਲਾ ਪਾ ਛੱਡਿਆ। ਉੱਥੇ ਪੋਲੀਟੀਕਲ ਪਹੁੰਚ ਕਰਕੇ ਲੀਡਰਾਂ ਤੱਕ ਅਸੀਂ ਤਾਂ ਜੀ ਜਿੱਦ ਨਾਲ ਇੱਥੇ ਪਾਠ ਕਰਾਉਣਾ ਹੈ, ਅਸੀਂ ਤੇ ਇੱਥੇ ਕਰਾਉਣਾ ਹੀ ਹੈ। ਉਹਨਾਂ ਨੂੰ ਲੱਖ ਸਮਝਾਇਆ, ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਉਲਟ ਗੱਲ ਜਾ ਰਹੀ ਹੈ। ਬਾਣੀ ਜੋ ਚੀਜ਼ ਦੀ ਮਨਾਹੀ ਕਰਦੀ ਹੈ, ਜਿਹੜੀ ਚੀਜ਼ ਤੋਂ ਸਾਨੂੰ ਰੋਕਦੀ ਹੈ, ਅਸੀਂ ਉਹ ਸਰੇਆਮ ਕਰ ਰਹੇ ਹਾਂ। ਥੋੜਾ ਜਿਹਾ ਤੇ ਦਿਮਾਗ ਨੂੰ ਵਰਤੀਏ, ਪਰ ਕਿੱਥੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਇਸ ਕਰਕੇ ਬਾਬਾ ਕਬੀਰ ਸਾਹਿਬ ਜਿਹੜਾ ਕਹਿੰਦਾ ਵੀ ਵੇਦ ਕਿਤੇਬ ਕਹਾਹੁ ਮਤ ਝੂਠਾ, ਝੂਠਾ ਜੋ ਨਾ ਵਿਚਾਰੈ, ਜਿਹੜਾ ਵਿਚਾਰ ਨਹੀਂ ਕਰਦਾ ਕਮੀ ਉੱਥੇ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਬੜੀਆਂ ਸੇਧਾਂ ਨੇ, ਬੜੇ ਉਪਦੇਸ਼ ਨੇ, ਬੜੇ ਜੀਵਨ ਜਿਉਣ ਦੀਆਂ ਜੁਗਤੀਆਂ ਨੇ। ਫਿਰ ਬਾਬਾ ਕਬੀਰ ਸਾਹਿਬ ਨੇ ਸ਼ਾਇਦ ਉਹ ਵੀ ਇਸੇ ਕਰਕੇ ਆਖਿਆ ਸੀ ਬਈ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਓ ਸਿੱਖਾਂ ਮਹਿ ਚੂਕ, ਸੱਚਾ ਸਤਿਗੁਰੂ ਵੀ ਕੀ ਕਰੇਗਾ। ਗੁਰੂ ਸਾਹਿਬ ਨੇ ਤਾਂ ਕਿੰਨੀਆਂ ਸ਼ਰਤਾਂ ਲਾਤੀਆਂ, ਪਿਆਰ ਨਾਲ ਵੀ ਆਖਿਆ ਮੇਰੇ ਸਿੱਖੋ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਤੇ ਜੇ ਨਹੀਂ ਸਿੱਖ ਮੰਨੇ ਫਿਰ ਮਹਾਰਾਜ ਨੇ ਸਖਤੀ ਵੀ ਵਰਤੀ, ਕਹਿੰਦੇ ਜਿਹੜਾ ਇਸ ਚੀਜ਼ ਨੂੰ ਨਹੀਂ ਮੰਨੇਗਾ ਵਿਪਰਨ ਕੀ ਰੀਤਾਂ ਕਰੇਗਾ। जब ये कहे विपरिन की रीत मैं ना करो इनकी प्रतीत, मैं तो विश्वास भी नहीं करना, मैं तो ये प्रतीत नहीं करांगा, मेरा यकीन नहीं होगा सिख दे उपर। ते बंदे ने यकीन ही गवा लिया तो पल्ले की रह गया, ਜਿਹੜੇ ਬੰਦੇ ਨੇ ਭਰੋਸਾ ਹੀ ਗਵਾ ਲਿਆ ਤੇ ਪੱਲੇ ਕੀ ਰਹਿ ਗਿਆ। ਸਭ ਤੋਂ ਵੱਡੀ ਗੱਲ ਇਹ ਦੇਖਣੀ ਚਾਹੀਦੀ ਹੈ ਵੀ ਸਾਨੂੰ ਭਰੋਸਗੀ ਨਹੀਂ ਕਮਾਉਣੀ ਜਿਹੜੀ ਹੈ ਉਹ ਕਮਾਉਣੀ ਚਾਹੀਦੀ। ਔਰ ਇਸ ਤਰ੍ਹਾਂ ਅਸਾਂ ਨੇ ਕੀ ਕਰਨਾ, ਬੇਭਰੋਸਗੀ ਤੇ ਦੂਸਰੀ ਤਰ੍ਹਾਂ ਦੀ ਬੇਪ੍ਰਤੀਤੀ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇੱਥੇ ਜ਼ਿਕਰ ਕਰ ਰਹੇ ਨੇ, ਅਸੰਖੇ ਤਰ੍ਹਾਂ ਦੇ ਐਸੇ ਲੋਕ ਨੇ और वो तकरीबन सारे धर्मां च ने, सारे मतां च ने। महाराज सच्चे पातशाह कहंदे असंख मूर्खता भरिया काम कर रहे ने। असंख मूर्ख अंध घोर अंधेरे दे विच ने, ठोकरां खा रहे ने और सट्टां खा रहे ने, बार सट्टां खा रहे। एक बार चलो बंदे ने किसी अपनी गलती का नुकसान उठा लिया तो मुड़ के तो नहीं होनी चाहिए, मुड़ के तो उस गलती तो सबक सिख लेना चाहिए। ਉਹਦੇ ਤੋਂ ਜਿਹੜਾ ਮੁੜ ਕੇ ਕਸਮ ਖਾ ਲੈਣੀ ਚਾਹੀਦੀ ਹੈ ਵੀ ਆਹ ਗਲਤੀ ਕੀਤੀ ਸੀ, ਇਹਦੀ ਐ ਸਜ਼ਾ ਵੀ ਜ਼ਿੰਦਗੀ ਭਰ ਇਹ ਗਲਤੀ ਨਹੀਂ ਕਰਨੀ। ਫਿਰ ਤਾਂ ਹੈ ਪਰ ਮਾਫੀ ਦੇਣੀ। ਚਲੋ ਪਸ਼ੂ ਨੂੰ ਇੱਕ ਪਾਸੋਂ ਮੋੜੀਏ ਫਿਰ ਉਧਰ ਨੂੰ ਮੁੜ ਜਾਏ, ਫਿਰ ਚਲਾ ਜਾਏ, ਫਿਰ ਡਾਂਗ ਸੋਟੀ ਨਾਲ ਉਹਨੂੰ ਆਪਾਂ ਕੁੱਟ ਮਾਰ ਕੇ ਪੇਸ਼ਾਂ ਕਰ ਦਿਓ, ਫਿਰ ਉਧਰ ਨੂੰ ਚਲਾ ਗਿਆ। ਪਸ਼ੂ ਹੈ ਬਈ, ਪਰ ਮਨੁੱਖ ਦੀ ਵੀ ਇਹੀ ਹਾਲਤ ਹੈ, ਬੰਦਿਆਂ ਦੀ ਵੀ ਇਹੀ ਹਾਲਤ ਹੈ। 84 ਲੱਖ ਜੂਨਾਂ ਦਾ ਸਰਦਾਰ ਜਿਹੜਾ ਹੈ, ਜਿੱਧਰੋਂ ਮਹਾਰਾਜ ਮੋੜ ਰਹੇ ਨੇ ਬਾਰ-ਬਾਰ ਉਧਰ ਨੂੰ ਜਾ ਰਿਹਾ ਹੈ, ਗੰਦਗੀ ਵਾਲੇ ਪਾਸੇ ਨੂੰ ਜਾ ਰਿਹਾ ਹੈ, ਵਿਕਾਰਾਂ ਵਾਲੇ ਪਾਸੇ ਨੂੰ ਜਾ ਰਿਹਾ ਹੈ ਔਰ ਨੀਚਤਾ ਵਾਲੇ ਪਾਸੇ ਨੂੰ ਜਾ ਰਿਹਾ। ਜਿੱਦਾਂ ਦਾ ਅਸੀਂ ਕਰ ਰਹੇ ਹਾਂ, ਅਸੀਂ ਵੀ ਅੰਧ ਘੋਰ ਦੇ ਵਿੱਚ ਹੀ ਹਾਂ। ਇਹ ਅੰਦਰਲਾ ਹਨੇਰਾ ਕਦੋਂ ਖਤਮ ਹੋਣਾ ਹੈ? ਜਦੋਂ ਗੁਰੂ ਦੇ ਸ਼ਬਦ ਦਾ ਦੀਵਾ ਅੰਦਰ ਵਾਲਾਂਗੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਮਿਟਿਓ ਅੰਧਕਾਰ ਤਿਹ ਮੰਦਰ,
ਰਤਨ ਕੋਠੜੀ ਖੁੱਲੀ ਅਨੂਪਾ। ਫਿਰ ਖੇਡ ਬਣਨੀ ਹੈ। ਸਤਿਗੁਰੂ ਦੀ ਬਾਣੀ ਨੇ, ਸਤਿਗੁਰੂ ਦੇ ਸ਼ਬਦ ਨੇ ਅੰਦਰਲਾ ਹਨੇਰਾ ਧੋ ਦੇਣਾ। ਔਰ ਯਾਦ ਰੱਖਿਓ, ਤੁਸੀਂ ਰੋਜ਼ ਪੜ੍ਹਦੇ ਹੋ, ਜਿੱਥੇ ਮਹਾਰਾਜ ਕਹਿੰਦੇ ਨੇ ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਇਹ ਐਸਾ ਅੰਧਕਾਰ ਹੈ, ਇਹ ਐਸਾ ਹਨੇਰਾ ਹੈ, ਸੂਰਜ ਸੈਂਕੜੇ ਚੜ ਜਾਣ, ਹਜ਼ਾਰਾਂ ਹੀ ਸੂਰਜ ਚੰਦਰਮਾ ਚੜ ਜਾਣ, ਫਿਰ ਵੀ ਇਹ ਹਨੇਰੇ ਨੂੰ ਕੋਈ ਫਰਕ ਨਹੀਂ ਪੈਂਦਾ। ਬਾਹਰਲਾ ਹਨੇਰਾ ਤੇ ਸੂਰਜ ਚੜ੍ਹਦੇ ਹੀ ਖਤਮ ਹੋ ਜਾਂਦਾ ਹੈ। ਔਰ ਇੱਕੋ ਸੂਰਜ ਚੜ੍ਹਦਾ ਤੇ ਜਿਹੜੇ ਦੇਸ਼ 'ਚ ਚੜ੍ਹਦਾ ਹੈ ਤੇ ਜਿਹੜੇ ਪਾਸੇ ਚੜ੍ਹ ਜਾਂਦਾ ਚਾਨਣ ਹੀ ਚਾਨਣ ਹੋ ਜਾਂਦਾ ਹੈ। ਪਰ ਇਹ ਸੂਰਜ ਦੀਆਂ ਕਿਰਨਾਂ, ਇਹ ਸੂਰਜ ਦੀ ਲਾਈਟ ਸਾਡਾ ਜਿਹੜਾ ਮਨ ਦਾ ਅੰਧਕਾਰ ਹੈ, ਅਗਿਆਨਤਾ, ਉੱਥੋਂ ਤੱਕ ਨਹੀਂ ਪਹੁੰਚਦੀ। ਸ਼ਾਇਦ ਇਸੇ ਕਰਕੇ ਅਸੀਂ ਬਾਹਰੀ ਤੌਰ ਤੇ ਪ੍ਰਕਾਸ਼ ਵਿੱਚ ਫਿਰਦੇ ਹੋਏ ਵੀ ਔਰ ਠੋਕਰਾਂ ਖਾ ਰਹੇ ਹਾਂ। ਜਦੋਂ ਕਿ ਮਹਾਰਾਜ ਕਹਿੰਦੇ ਨੇ ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੋਰ ਅੰਧਾਰ, ਕੁੱਪ ਹਨੇਰਾ ਬਣਿਆ ਰਹੇਗਾ। ਤੇ ਅਸੰਖ ਹੀ ਐਸੇ ਨੇ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਜਾਣਾ ਹੀ ਨਹੀਂ ਕੀਤਾ। ਸਾਹਿਬ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ। ਇੱਥੇ ਜਦੋਂ ਆਪਾਂ ਵੇਖਾਂਗੇ, ਇੱਥੇ 1 2 5 7 ਚੋਰ ਨਹੀਂ ਹੈਗੇ, ਇੱਥੇ ਚੋਰ ਅਸੰਖ ਹੀ ਨੇ। ਚੋਰ ਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਜਿਹਨੇ ਕਿਸੇ ਦੇ 4 ਪੈਸੇ ਚੱਕ ਲਏ। ਚੋਰੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਪੈਸਿਆਂ ਦੀ ਵੀ ਚੋਰੀ ਹੈ, ਕੱਪੜਿਆਂ ਦੀ ਵੀ ਚੋਰੀ ਹੈ, ਸੋਨੇ ਚਾਂਦੀ ਦੀ ਵੀ ਚੋਰੀ ਹੈ, ਇੱਥੋਂ ਤੱਕ ਵਿਚਾਰਾਂ ਦੀ ਵੀ ਚੋਰੀ ਹੈ ਤੇ ਰਚਨਾਵਾਂ ਦੀ ਵੀ ਚੋਰੀ ਹੋ ਜਾਂਦੀ ਹੈ। ਜਿਹੜੇ ਲਿਖਾਰੀ ਨੇ ਨਾ, ਲਿਖਣ ਵਾਲੇ ਨੇ, ਕਿਸੇ ਨੇ ਗੀਤ ਲਿਖਿਆ, ਕਵਿਤਾ ਲਿਖੀ ਹੈ, ਕੋਈ ਹੋਰ, ਉਹਨਾਂ ਦੀਆਂ ਲਿਖਤਾਂ ਵੀ ਚੋਰੀ ਹੋ ਜਾਂਦੀਆਂ ਨੇ। ਤੁਸੀਂ ਕੇਸ ਚੱਲਦੇ ਨੇ ਪ੍ਰੋਪਰ, ਮੈਂ ਉਹ ਚੰਗਾ ਹੀ ਲੱਗਦਾ ਇੱਥੋਂ ਗੀਤਕਾਰਾਂ ਦੇ ਨਾਮ ਲਈਏ, ਗਾਇਕਾਂ ਦੇ ਨਾਮ ਲਈਏ, ਉਹ ਜੀ ਮੇਰਾ ਇਹਨੇ ਗੀਤ ਚੋਰੀ ਕਰ ਲਿਆ, ਕੋਰਟ ਦੇ ਵਿੱਚ ਕੇਸ ਚੱਲਦਾ ਪ੍ਰੋਪਰ, ਉਹਦਾ ਸਜ਼ਾ ਮਿਲਦੀ ਹੈ ਉਹਨਾਂ ਨੂੰ ਵੀ ਤੂੰ ਇਹਦਾ ਗੀਤ ਚੋਰੀ ਕੀਤਾ। ਇਸ ਕਰਕੇ ਜਿਹੜੀਆਂ ਕਿਤਾਬਾਂ ਨੇ, ਜਿਹੜੀਆਂ ਪੁਸਤਕਾਂ ਹੁੰਦੀਆਂ ਨੇ, ਉਹਦੇ ਉੱਪਰ ਇੱਕ ਲਾਈਨ ਲਿਖੀ ਹੁੰਦੀ ਹੈ, ਪ੍ਰਕਾਸ਼ਕ ਦੇ ਸਭ ਹੱਕ ਰਾਖਵੇਂ ਹਨ। ਸਾਰੇ ਹੱਕ ਰਾਖਵੇਂ ਨੇ, ਕੋਈ ਬਿਨਾਂ ਪਰਮਿਸ਼ਨ ਇਸ ਕਿਤਾਬ ਚੋਂ ਕੋਈ ਇੱਕ ਲਾਈਨ ਵੀ ਨਹੀਂ ਵਰਤ ਸਕਦਾ। ਬਿਨਾਂ ਪਰਮਿਸ਼ਨ ਕੋਈ ਇਸ ਕਿਤਾਬ ਚੋਂ ਕੋਈ ਵਿਚਾਰ ਨਹੀਂ ਚੁੱਕ ਕੇ ਕਿਸੇ ਨੂੰ ਦੇ ਸਕਦਾ। ਔਰ ਕਈ ਵਾਰੀ ਇਹ ਹੁੰਦਾ, ਬੰਦੇ ਨੇ ਆਪਣੀ ਕਮਾਈ ਨਹੀਂ ਹੁੰਦੀ, ਲਿਖਤ ਕਿਸੇ ਦੀ ਹੁੰਦੀ ਹੈ ਔਰ ਸਾਧਨਾ ਕਿਸੇ ਦੀ, ਤੇ ਚੁੱਕਿਆ ਤੇ ਮੋਹਰ ਲਾਈ, ਅਖਬਾਰ 'ਚ ਲੇਖ ਛਪਾਤਾ। ਤੁਸੀਂ ਕਦੇ ਅਖਬਾਰ 'ਚ ਲੇਖ ਛਪਾਉਣਾ ਹੋਵੇ ਨਾ ਪ੍ਰੋਪਰ, ਤੇ ਉੱਥੇ ਲਿਖਣਾ ਪੈਂਦਾ ਪ੍ਰੋਪਰ ਇੱਕ ਹਲਫੀਆ ਬਿਆਨ ਦੀ ਤਰ੍ਹਾਂ ਵੀ ਇਹ ਮੇਰੀ ਮੌਲਿਕ ਰਚਨਾ ਹੈਗੀ ਹੈ, ਇਹ ਮੇਰੀ ਮੌਲਿਕ ਰਚਨਾ, ਮੇਰੀ ਆਪਣੀ ਰਚਨਾ ਹੈ। ਮੰਨ ਲਓ ਕੱਲ ਨੂੰ ਕਿਸੇ ਨੇ ਕਿਤਾਬ ਛਪ ਗਈ, ਜਾਓ ਰਚਨਾ ਛਪ ਗਈ ਕਿਸੇ ਰਸਾਲੇ ਦੇ ਵਿੱਚ, ਕਿਸੇ ਅਖਬਾਰ ਦੇ ਵਿੱਚ, ਕਿਸੇ ਮੈਗਜ਼ੀਨ ਦੇ ਵਿੱਚ, ਉਹ ਛਪ ਗਈ ਤੇ ਕਿਸੇ ਨੇ ਉਹਦੇ ਤੇ ਕੇਸ ਕਰਤਾ ਵੀ ਇਹ ਤਾਂ ਮੇਰੀ ਚੋਰੀ ਕੀਤੀ ਹੋਈ ਹੈ। ਔਰ ਉਹਦੇ ਵਿੱਚ ਲਿਖਣ ਵਾਲਾ ਵੀ ਫਸਦਾ ਹੈ, ਛਾਪਣ ਵਾਲਾ ਵੀ ਫਸਦਾ ਹੈਗਾ। ਇਸ ਕਰਕੇ ਉਹਨਾਂ ਨੇ ਇਹ ਲਿਆ ਹੁੰਦਾ ਵੀ ਇਹ ਮੇਰੀ ਮੌਲਿਕ ਰਚਨਾ ਹੈਗੀ ਹੈ। ਚੋਰੀਆਂ ਇਸ ਤਰ੍ਹਾਂ ਦੀਆਂ ਵੀ ਨੇ, ਚੋਰੀਆਂ ਵਿਚਾਰਾਂ ਦੀਆਂ ਵੀ ਨੇ, ਚੋਰੀਆਂ ਤਮਾਮ ਤਰ੍ਹਾਂ ਦੀਆਂ ਚੋਰੀਆਂ ਨੇ। ਮਹਾਰਾਜ ਕਹਿੰਦੇ ਇੱਥੇ ਇੱਕ ਤਰ੍ਹਾਂ ਦੇ ਚੋਰ ਨਹੀਂ, ਇੱਥੇ ਅਸੰਖ ਹੀ ਤਰ੍ਹਾਂ ਦੇ ਚੋਰ ਨੇ। ਵੱਖਰੀ ਗੱਲ ਹੈ ਵੀ ਇੱਥੇ ਜਿਹੜੀ ਕਿਸੇ ਨੇ ਜ਼ਿਆਦਾ ਵੱਡੀ ਚੋਰੀ ਕਰ ਲਈ ਉਹਨੂੰ ਤਾਂ ਚੋਰ ਕਿਹਾ ਜਾਂਦਾ ਹੈ, ਔਰ ਇੱਥੇ ਜਿਹੜੀ ਛੋਟੀ ਚੋਰੀ ਕਰ ਲਈ ਉਹਨੂੰ ਵੀ ਚੋਰ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜਿਹੜਾ ਇਸ਼ਾਰਾ ਨਾ, ਕਹਿੰਦੇ ਚੋਰੀ ਤੇ ਚੋਰੀ ਹੈਗੀ ਹੈ। ਕਈ ਵਾਰੀ ਬਸ ਆਪਾਂ ਇਦਾਂ ਵੀ ਕਹਿ ਦਿੰਦੇ ਆ ਵੀ ਚਲੋ ਇਹਨੇ ਕਾਹਦੀ ਚੋਰੀ, 10 ਰੁਪਏ ਦੀ ਕਾਹਦੀ ਚੋਰੀ ਹੁੰਦੀ ਹੈ, ਆਪਾਂ ਇੱਥੋਂ ਤੱਕ 15 ਰੁਪਏ ਦੀ ਕਾਹਦੀ ਚੋਰੀ ਹੈ। ਚੋਰੀਆਂ ਤਾਂ ਵੱਡੀਆਂ ਹੁੰਦੀਆਂ ਨੇ। ਚੋਰੀ 1 ਪੈਸੇ ਦੀ ਵੀ ਹੋ ਸਕਦੀ ਹੈ, ਚੋਰੀ ਲੱਖ ਰੁਪਏ ਦੀ ਵੀ ਹੋ ਸਕਦੀ ਹੈ। ਚੋਰੀ ਤੇ ਚੋਰੀ ਹੈ, ਸ਼ੁਰੂਆਤ ਤੇ ਇੱਥੋਂ ਹੀ ਹੁੰਦੀ ਹੈ। ਅੱਜ ਛੋਟਾ ਚੋਰ ਹੈ, ਅੱਜ ਧਿਆਨ ਨਹੀਂ ਦਿੱਤਾ, ਰੋਕਿਆ ਨਹੀਂ ਕਿਸੇ ਨੇ, ਮਨਾ ਨਹੀਂ ਕੀਤਾ, ਨਾ ਮਾਂ ਨੇ ਝਿੜਕਿਆ ਨਾ ਪਿਤਾ ਨੇ ਝਿੜਕਿਆ। ਸਕੂਲ ਚੋਂ ਨਾਲ ਦੇ ਬੱਚੇ ਦੀਆਂ ਪੈਨਸਲਾਂ ਚੋਰੀ ਕਰਨ ਲੱਗ ਪਿਆ, ਨਾਲ ਦੀਆਂ ਕਾਪੀਆਂ ਚੋਰੀ ਕਰਨ ਲੱਗ ਪਿਆ, ਕਲਮਾਂ ਚੋਰੀ ਕਰਨ ਲੱਗ ਪਿਆ। ਜੇ ਤਾਂ ਮੌਕੇ ਤੇ ਸਮਝਾ ਦਿੱਤਾ ਗਿਆ, ਮਾਂ ਨੇ ਝਿੜਕਤਾ, ਪੁੱਤਰ ਇਹ ਕਲਮਾਂ ਕਿਹਦੀਆਂ ਲੈ ਕੇ ਆਉਣਾ ਰੋਜ਼, ਤੈਨੂੰ ਤਾਂ ਇਹੋ ਜਿਹਾ ਪੈਨ ਲੈ ਕੇ ਨਹੀਂ ਦਿੱਤਾ, ਤੇਰਾ ਤਾਂ ਜਿਮੈਟਰੀ ਬਾਕਸ ਐਸਾ ਨਹੀਂ ਹੈਗਾ, ਤੈਨੂੰ ਤੇ ਜਿਹੜਾ ਲੈ ਕੇ ਦਿੱਤਾ ਸਾਨੂੰ ਪਤਾ ਹੈ। ਫਿਰ ਤਾਂ ਉਹ ਬੱਚੇ ਦੀ ਜੇ ਰੋਜ਼ ਪੁੱਛ ਪੜਤਾਲ ਹੋਏਗੀ, ਉਹ ਬੰਦਾ ਬਣ ਜਾਏਗਾ, ਚੰਗਾ ਇਨਸਾਨ ਬਣ ਜਾਏਗਾ, ਛੱਡ ਦੇਵੇਗਾ ਮਾੜੀਆਂ ਤਾਂ। ਪਰ ਜੇ ਮਾਂ ਨੇ ਕਹਿੰਦਾ ਸ਼ਾਬਾਸ਼ ਪੁੱਤਰ, ਤੂੰ ਤੇ ਰੋਜ਼ ਨਵੀਂ ਤੋਂ ਨਵੀਂ ਲੈ ਕੇ ਆਉਣਾ, ਤੇ ਠੀਕ ਹੈ ਇਹ, ਫਿਰ ਇੱਕ ਦਿਨ ਉਹ ਵੱਡਾ ਚੋਰ ਬਣੇਗਾ, ਫਿਰ ਇੱਕ ਦਿਨ ਵੱਡਾ ਨਾਮਵਰ ਚੋਰ ਬਣੇਗਾ। ਮਹਾਰਾਜ ਕਹਿੰਦੇ ਨੇ ਚੋਰੀਆਂ ਇੱਕ ਨਹੀਂ, ਇੱਥੇ ਤਮਾਮ ਤਰ੍ਹਾਂ ਦੀਆਂ ਚੋਰੀਆਂ ਨੇ। ਅਸੰਖ ਚੋਰ ਹਰਾਮ ਖੋਰ, ਇੱਥੇ ਹਰਾਮ ਖੋਰ ਵੀ ਥੋੜੇ ਨਹੀਂ, ਹਰਾਮ ਦੀਆਂ ਖਾਣ ਵਾਲੇ ਬਹੁਤ ਨੇ।
सतगुरु सच्चे पातशाह जी दा जे आपां जीवन वेखिया हो माफ करना ये बचनां नूं बरीकी च वेखीए ना, खिमा करना असंख शब्द महाराज ने तां ही वरतिया सी क्योंकि अज चारे पासे देखो हराम खोर ही नज़र आउंदे ने, माफ़ी देनी। पर जे बंदा आखे भी महाराज ने शब्द इसे करके असंख वरतिया सी, महाराज नूं पता सी गिणती मिणती नहीं है, इत्थे ते गिणतियां मुक गईयां ने, इन्ने ही हराम खोर ने जिन्हां ने हराम खोरियां कीतियां ने, ते ओह तुसीं सारे ही जाणदे हो। ये आपां रोज़ इस तरह के वरतारे चों लंघ रहे हैं। महाराज अगली गल कहण लगे, असंख अमर कर जाहे जोर। असंख ही ऐसे ने जिहड़े अपना हुक्म चलाउंदे ने, जोर दिखाउंदे ने दूजिਆਂ ਨੂੰ ਆਪਣੀਆਂ ਵਾਹਾਂ ਦਾ ਜ਼ੋਰ, ਆਪਣੀ ਤਾਕਤ ਦਾ ਜ਼ੋਰ, ਆਪਣੀ ਕਲਮ ਦਾ ਜ਼ੋਰ, ਆਪਣੀ ਪੋਲੀਟੀਕਲ ਪਹੁੰਚ ਦਾ ਜ਼ੋਰ, ਕਿੰਨੇ ਤਰ੍ਹਾਂ ਦਾ ਜ਼ੋਰ ਹੈ। ਔਰ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਸੀ ਇਸੇ ਪਾਸੇ ਜ਼ੋਰ ਲੱਗਿਆ। ਮਾੜੀ ਜੀ ਕੋਈ ਗੱਲ ਹੁੰਦੀ ਹੈ ਤੇ ਬੰਦਾ ਕਹਿੰਦਾ ਕੋਈ ਨਹੀਂ ਤੈਨੂੰ ਦਿਖਾਊਂਗਾ, ਫਿਰ ਮੈਂ ਤੈਨੂੰ ਦੱਸੂਗਾ ਵੀ ਫਿਰ ਤਾਂ ਹੁਣ ਪੰਗਾ ਕਿਹਦੇ ਨਾਲ ਲਿਆ, ਤਾਂ ਕਿਹਦੇ ਨਾਲ ਲੜਾਈ ਲੜੀ ਹੈ। ਇੱਥੋਂ ਗੱਲ ਸ਼ੁਰੂ ਹੋ ਕੇ ਭੈਣਾਂ ਭਾਈਆਂ ਤੋਂ ਸ਼ੁਰੂ ਹੋ ਕੇ परिवार तो शुरू होके देखो होर छड्डो आ जोर तो एक पत्नी अपने पति नूं दिखाउण नूं फिरदी है, कहदी दसूं तैनूं मैं बस के दिखाऊंगी किवें। वो कहंदा तू जोर ला लै ते तैनूं मैं बसन नहीं देना, ना मैं रखना। कोर्ट कचहरियां च केस चलदे ने, जिंदगियां बर्बाद हो जांदियां ने, बच्चे रुल खप जांदे ने, परिवार खेरू खेरू हो जांदे ने। तुसीं वेखो तां सही हालत की है। पर उत्थे कई वारी वकील समझाउंदे ने, जज साहिबान समझाउंदे ने, भाई समझौता कर लो, कोई गल नहीं, एक तेरे माड़ी जी लिफ जाओ, एक तेरे माड़ी जी मन जाओ, समझौता कर लो, नहीं इधर तो टाइम भी वेस्ट है, एनर्जी भी वेस्ट है, पैसा भी लगेगा, पर मासा भर भी नहीं। वो कहते बस सबक सिखाउणा है, मेरी भावें जिंदगी खराब हो जाए, ना वसना ना वसन देना। वो कहता ना रखनी है ना रहन देनी है। परिवारों के झगड़े ने, असंख्य ही तरह का जोर दिखाया जा रहा है। बड़ा जिहड़ा सी छोटे नूं जोरे दिखाई जा रहे हैं। और मस्कीन साहब क्या करते सी, तुसीं सुनिया कई बार उन्हां दे वचन। वो कहंदे एक बंदा कहंदा मेरा पूरी दुनिया ते जोर चले, हुक्म चले मेरा। जे पूरी दुनिया ते नहीं तो एक महादीप ते चले, एक महादेव ते नहीं, चलो मेरे देश ते चले। उहदी मनसा है जे देश ते नहीं चलदा, कहंदा चलो फिर मेरे अपने जिहड़ा सीगा स्टेट ते चले, हौली हौली वो कहंदे जिले ते चले, फिर वो पिंड तक आ गए ने। पिंड तो बाद कहंदा चलो कोई नहीं, फिर अपने महल्ले ते तां जोर चलना ही चाहिए, उत्थे भी नहीं चलिया, कहंदा घर ते चले, घर ते भी नहीं पुछदे हुण, कहंदा घर वाली ते चलूगी, इन्हूं तां खड़काई ही करांगे बस। माड़ी माड़ी गल ते कुटदा है, मारदा है, झिड़कदा है। बहुते लोगों की हालत यह है। और वो क्या करते सी भी बंदे की मानसिकता हैगी है भी मेरा सारियां ते जोर चले, माड़ियां ते तां सारे चलाउण नूं फिरदे ने, पर जिथे पता लगदा भी होर वड्डा आ गया उत्थे थोड़ा जिहा होर ढंग दे नाल विचरण लग जांदा है। असंख्य ही लोग ने ऐसे, अमर कर जाहे जोर। वैसे मनुख की साइकी है, मनुख कहंदा मेरा सारे पशु पंछियां ते हुक्म चले, सारी सृष्टि ते मेरा हुक्म चले। इसे करके ने रिमोट कंट्रोल जिहड़े ने ना, रिमोट बनाए ने, कहंदा मेरे हथ विच सारा कंट्रोल होना चाहिए। लोकां ने और ऐसे ऐसे जिहड़े ने वो सिस्टम बनाए ने, घर के लॉक तो लैके सारा कुछ घरे बैठे ही दुकान का लॉक लगता है। बाहर चले जाओ तुसीं, उन्होंने ना अपने मोबाइल दे विच सिस्टम रखा होया। प्राइवेट गुरुद्वारे ने कई, और गुरुद्वारियां दे विच किन्ने किन्ने सेवादार रहिंदे ने, मुलाजम ने, कीर्तनीय ने, रागी ढाडी ने, ते जिहड़े वो लोग ने घरे भी बैठे चलाउंदे ने। मैनूं दस्सण लगे, कहंदे जी आ साडे कोल एक जंतर या कंट्रोल, इत्थों ही बैठ के असीं सारा कुछ वेख रहे हैं, चैक कर रहे हैं, A to Z। जिहड़ी चीज़ बंद करनी है, खोलनी है, किवें की करना है, वो सारा कुछ भाव तय है ना भी मैं जिथे मर्जी बैठा, हुक्म मेरा चलना चाहिए और मेरे हुक्म तो बिना कुछ नहीं होना चाहिए। पता लगे लोगों को भी कितना जोर है, ये कितनी ताकत है। असंख्य ही ऐसे ने, पर याद रखियो प्यारिओ, परमात्मा तो बड़ा जोर किसी का नहीं है। इत्थे बड़े जोरां वाले होए ने, बड़े ताकतां वाले होए ने, ਜਿਹੜੇ ਕਹਿੰਦੇ ਸੀ ਸਾਡੇ ਵਰਗਾ ਜ਼ੋਰ ਕਿਸੇ ਦੇ ਵਿੱਚ ਨਹੀਂ ਹੈ, ਸਾਡੇ ਵਰਗੀ ਪਾਵਰ ਤਾਕਤ ਕਿਸੇ 'ਚ ਨਹੀਂ ਹੈ, ਨਾਮੋ ਨਿਸ਼ਾਨ ਮਿਟ ਗਏ ਉਹਨਾਂ ਦੇ। ਤੇ ਤੁਸੀਂ ਦੇਖੋ ਆ ਕਰੋਨਾ ਨੇ ਸਾਰਿਆਂ ਦਾ ਜ਼ੋਰ ਜੂਰ ਖੂੰਜੇ ਲਾ ਛੱਡਿਆ ਨਾ। ਮਾੜੀ ਜੀ ਮਹਾਰਾਜ ਨੇ ਆਪਣੀ ਸ਼ਕਤੀ ਦਿਖਾਈ ਹੈ, ਮਾਮੂਲੀ ਜੀ, ਹਾਲੇ ਤਾਂ ਉਹਨੇ ਟ੍ਰਿਕ ਦਿਖਾਇਆ ਹੈਗਾ। ਇੱਕ ਸੂਖਮ ਜਿਹਾ ਵਾਇਰਸ ਦੇਖ ਲਓ, ਜਿਸ ਤਰੀਕੇ ਦੇ ਨਾਲ ਸਾਰੀ ਦੁਨੀਆ ਠੱਪ ਕਰਕੇ ਰੱਖਤੀ।
कोई चलदी है चीज़, सड़कां घरां तो लैके बड़े बड़े एयरपोर्ट बंद ने, शिप बंद ने, फैक्ट्रियां बंद ने, टू जेड पूरी दुनिया जाम करके रखती है। पर इत्थे मनुख कहंदा सी भी मेरे च बड़ा जोर है, पता नहीं मैं की कर दियांगा, की कर लवांगा। महाराज कहंदे असंख्य ही ऐसे होए ने, पर जोर ते परमात्मा दा ही चलदा। जिवें आपां कहीए कर जाहे जोर, जोर कर करके चले भी गए ने। रावण वर्गे उन्हां दा आपां वेखदे आ, हरनक्श वर्गे उन्हां दा वेखदे आ, जहांगीर वर्गे कहंदे साडा जोर चलदा है, उन्होंने अपना जोर चलाया। औरंगजेब वर्गे अपना जोर चला के चले गए, साहिबजादियां नूं बेकसूर साहिबजादियां नूं दीवारां विच चिण के चले गए, खप के मर गए, कोई नामो निशान एक तरह का मिट गया हैगा। और ऐसे ऐसियां सरकारां होईयां ने जिन्हां दे दिमाग च ये तूर भर गया सी भी असीं ताकत दिखाउणी है। उन्होंने सचखंड हरमंदर साहिब जी नूं भी तैश नैश कीता, सिर्फ जोर दिखाउणा सी ना भी साडे च जोर सिखो तुहाडे नालों ज़्यादा है। और हरमंदर साहिब ईवन अकाल तख्त साहिब भी वो जिहड़े अबदाली वर्गे आउंदे सी वो भी अकाल तख्त साहिब जां हरमंदर साहिब नूं ढाउंदे सीगे। सिख फिर तैयार कर लैंदे सी, जोर ये दिखा रहे सी। उन्होंने कहता भी कोई स्नान भी नहीं कर सकेगा। सो कहण तो भाव असंख्य ही तरह के लोग ने, असंख्य ही तरह का अपना जोर दिखा रहे ने। असंख अमर कर जाहे जोर, साहब कहते असंख गल वड हत्या कमाहे। असंख्य ही तरह के लोग ने ਜਿਹੜੇ ਲੋਕਾਂ ਦੇ ਗਲ ਵੱਢੀ ਜਾ ਰਹੇ ਨੇ। ਕੁਝ ਪ੍ਰਗਟ ਰੂਪ ਦੇ ਵਿੱਚ ਵੱਢ ਰਹੇ ਨੇ, ਕੁਝ ਦਿਸ ਰਹੇ ਨੇ ਸਾਨੂੰ ਗਲ ਵੱਢਦੇ, ਕੁਝ ਗੁਪਤ ਰੂਪ ਦੇ ਵਿੱਚ ਵੱਢ ਰਹੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ, ਹੱਤਿਆ ਕਰ ਰਹੇ ਨੇ ਲੋਕਾਂ ਦੀ, ਪਾਪ ਕਮਾ ਰਹੇ ਨੇ। ਇੱਕ ਤਾਂ ਹੈ ਬਾਹਰੀ ਤੌਰ ਤੇ ਹੱਤਿਆ ਕਰਨੀ, ਬਾਹਰੀ ਤੌਰ ਤੇ ਗਲ ਵੱਢਣੇ, ਬਾਹਰੀ ਤੌਰ ਤੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣਾ। और पर एक वो भी ने जेडे अंदरों अंदर ही हक मारी जा रहे हैं। किते थोड़ी गल है, वो गल वड्डण दे बराबर ही है। हक पराया नानका उस सुअर सुगाए, जेडे महाराज ने बचन कीते ने। और कहन लगे ने पाप कर रहे ने, कुछ जेडे दिख जाते उन्हों का रौला पै जाता है, ते जेडे नहीं दिसदे वो करी जा रहे हैं। इदां ही वड्डी गिणती दे विच लोग, जिथे जोर किसी का चलता है वो हट कोई भी नहीं रहा। महाराज की बाणी की कृपा हो जाए, सतगुरु की कृपा हो जाए, बंदा किसी का गल वड्डणों गुरेज कर सकता है, हट सकता है। वरना बाजी का दा लगता है दाती फेरी जा रहे हैं, जिहदा दा लगता है, जिहदा बड़ा पैसे दा लगता वो बड़ियां कुंडियां ला रहे हैं, जिहदा किते भी नहीं वो अपने मजदूर की दिहाड़ी चो 10-20 रुपये कट्टी जाता है। ਉਹਨੂੰ 100 ਰੁਪਏ ਦਿਹਾੜੀ ਮਿਲਣੀ ਆ, ਉਹਦੇ ਚੋਂ ਕਹਿੰਦਾ 15 ਕੱਟੂੰਗਾ ਤੇਰੇ, ਤਾਂ ਦੇਊਂਗਾ 85 ਦੇਊਂਗਾ, ਜੇ ਤੈਨੂੰ ਰਾਜੀ ਹੈ ਤਾਂ ਠੀਕ, ਤੈਨੂੰ ਤਾਂ ਮੈਂ 80 ਦੇਊਂਗਾ। ਇਹ ਗਲ ਵੱਢਣ ਤੋਂ ਕੋਈ ਘੱਟ ਨਹੀਂ ਹੈਗਾ, ਇਹ ਪਾਪ ਕਰਨ ਤੋਂ ਕੋਈ ਘੱਟ ਨਹੀਂ ਹੈਗਾ, ਇਹ ਹੱਤਿਆ ਕਰਨ ਤੋਂ ਕੋਈ ਘੱਟ ਨਹੀਂ ਹੈਗਾ। ਗੁਰੂ ਸਾਹਿਬ ਨੇ ਜੇ ਸੱਜਣ ਠੱਗ ਵਰਗਿਆਂ ਨੂੰ ਮਨਾ ਕੀਤਾ, ਜਿਹੜੇ ਸ਼ਰੇਆਮ ਤੇ ਖੁੱਲੇਆਮ ਲੋਕਾਂ ਦੇ ਗਲ ਵੱਢ ਰਹੇ ਸੀ, ਤਾਂ ਮਹਾਰਾਜ ਨੇ ਮਲਕ ਭਾਗੋ ਨੂੰ ਵੀ ਕਿਹਾ। ਮਲਕ ਭਾਗੋ ਤਾਂ ਸ਼ਰੇਆਮ ਗਲ ਨਹੀਂ ਸੀ ਨਾ ਵੱਢਦਾ। मलक भागो दे क्यों नहीं महाराज ने पूड़े छके, महाराज दे क्यों नहीं महाराज ने प्रसादे छके, मलक भागो दे खाने क्यों नहीं महाराज ने प्रवान कीते? क्यों? महाराज ने उन्होंने आख्या सी गरीबां दा खून है निरा। उन्हें इतराज भी किया सी, उन्हें इस गल का इतराज उठाया, कहता तुसी बड़ा बड़ा बलेम ला रहे हो एक तरह का, मैं मलक भागो, मैं दान पुण्य करने वाला, ते तुसी कहते हो मेरे खाने खाण जोग नहीं हैगे। महाराज सच्चे पातशाह जी नूं उन्हें जिहड़े ढंग नाल कहा ते महाराज नूं दिखाया भी, उन्होंने फिर ਉਹਦੇ ਖਾਣਿਆਂ ਦੇ ਵਿੱਚੋਂ खून ਕੱਢ के भी ਵਿਖਾਇਆ। सो इस तरह की वड्डी गिनती ਦੇ ਵਿੱਚ लोग गल भी वड्डी जा रहे हैं, हत्या भी कर रहे हैं, पाप भी कमा रहे हैं। महाराज कहते असंख पापी पाप कर जाए। असंख्य ही लोग ने ਜਿਹੜੇ पाप कर रहे ने, पाप कमा रहे ने, पाप कर करके, पाप कमा के पापां दी पंड सिर ते चुक के लेके जा रहे हैं। ਇੱਥੇ कोई ਤੁਹਾਨੂੰ पुन्नी कही जाए, कोई ਤੁਹਾਨੂੰ पापी कही जाए, खिमा करियो कोई बहुता फर्क नहीं पैंदा। वो सिर्फ ये फर्क पैंदा भी असीं अपने आप नूं पुन्नी अखवाउणा चाहुंदे आ, दानी अखवाउणा चाहुंदे आ, भले पुरुष ते नेक अखवाउणा चाहुंदे आ। काम जिहड़े ने साडे ਉਹ ਜਿਹੋ ਜਿਹੇ ਮਰਜ਼ੀ ਹੋਣ, ਇੱਥੇ पापी तो पापी बंदा भी पुन्नी अखवाउणा चाहुंदा है। लुੱਟ ਖੋਹ ਕਰਨ ਵਾਲਾ भी ਉਹ भी कहता भी मैनू दानी कहो। आ ਜਿਹੜੀਆਂ समाज सेवी संस्थावां ने, चलो ये भला काम है, चंगी शुरुआत है भी बहुत सारिया समाज सेवी संस्थावां बड़ियां ने ਜਿਹੜੀਆਂ आप
ਤੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਗਰੀਬਾਂ ਦੀ, ਲੋੜਵੰਦਾਂ ਦੀ, ਜ਼ਰੂਰਤਮੰਦਾਂ ਦੀ, ਭੁੱਖਿਆਂ ਨੰਗਿਆਂ ਦੀ ਜਿਹੜੇ ਬਿਲਕੁਲ ਉਹਨਾਂ ਦੀ ਮਦਦ ਕਰਦੇ ਨੇ, ਚੰਗੀ ਗੱਲ ਹੈ, ਹੋਣਾ ਚਾਹੀਦਾ। ਸਮਾਜ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਕੁਝ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਗਰੀਬਾਂ ਦੀ, ਲੋੜਵੰਦਾਂ ਦੀ, ਜ਼ਰੂਰਤਮੰਦਾਂ ਦੀ ਵਿਪਤਾ ਵੇਲੇ ਮਦਦ ਕਰ ਸਕਣ, ਉੱਥੇ ਖੜੋ ਸਕਣ। ਕੋਈ ਗਰੀਬ ਹੈ, ਵੱਡੀ ਬਿਮਾਰੀ ਲੱਗ ਗਈ ਹੈ, ਇਲਾਜ ਹੋਣਾ 5-7 ਲੱਖ ਰੁਪਈਆ ਚਾਹੀਦਾ, ਪੈਸੇ ਜੇਬ 'ਚ 10 ਨਹੀਂ ਹੈਗੇ, ਤੇ ਉਹੋ ਜਿਹੀਆਂ ਸਮਾਜ ਸੇਵੀ ਸੰਸਥਾ ਆਉਂਦੀਆਂ ਨੇ ਤੇ ਇਲਾਜ ਹੁੰਦੇ ਨੇ, ਚੰਗੀ ਗੱਲ ਹੈ। ਪਰ ਵੱਡੀ ਪੱਧਰ ਤੇ ਲੁੱਟ ਸੁੱਟ ਵੀ ਇਸੇ ਢੰਗ ਨਾਲ ਹੋ ਰਹੀ ਹੈ। ਲੋਕਾਂ ਤੋਂ ਪੈਸੇ ਲੈ ਕੇ ਸਿਰਫ ਜਿਹੜਾ ਸੀ 40% 30% ਲਾਇਆ ਜਾ ਰਿਹਾ ਹੈ, 60-70% ਜਿਹੜਾ ਸੀ ਉਹ ਜਿਸ ਤਰੀਕੇ ਦੇ ਨਾਲ ਉਹਦਾ ਮਹਿਜੂਜ ਕੀਤਾ ਜਾ ਰਿਹਾ ਹੈ। ਲੋਕ ਵੀਡੀਓ ਪਾਉਂਦੇ ਨੇ, ਲੋਕ ਇਸ ਤਰ੍ਹਾਂ ਦਾ ਵੀ ਜ਼ਿਕਰ, ਮਤਲਬ ਕਹਿਣ ਤੋਂ ਭਾਵ ਕੀ ਹੈ, ਮਹਾਰਾਜ ਕਹਿੰਦੇ ਅਸੰਖੇ ਤਰ੍ਹਾਂ ਦੇ ਲੋਕ ਨੇ ਇੱਥੇ, ਪੁੰਨੀ ਵੀ ਨੇ ਤੇ ਪਾਪੀ ਵੀ ਨੇ। ਚੰਗਿਆਂ ਦਾ ਕੱਲ ਪੌੜੀ ਜ਼ਿਕਰ ਕੀਤਾ ਸੀ, ਮਹਾਰਾਜ ਕਹਿੰਦੇ ਜਿਹੜੇ ਪਾਪ ਕਰ ਕਰਕੇ, ਪਾਪ ਕਮਾ ਕੇ ਜਾ ਰਹੇ ਨੇ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਹਾਂ ਵੀ ਪੁੰਨੀ ਕਹੇ ਕੋਈ, ਪਾਪੀ ਕਹੇ ਕੋਈ, ਬਹੁਤਾ ਫਰਕ ਨਹੀਂ ਪੈਂਦਾ। ਫਰਕ ਤੇ ਉਦੋਂ ਪੈਂਦਾ ਜਦੋਂ ਹਿਸਾਬ ਕਿਤਾਬ ਹੁੰਦਾ ਹੈ ਵੀ ਸਾਡੇ ਕਰਮ ਕੈਸੇ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਆਖਿਆ ਸੀ, ਪੁੰਨੀ ਪਾਪੀ ਆਖਣ ਨਾ ਹੈ। ਕਹਿਣ ਦੇ ਨਾਲ ਕੋਈ ਪੁੰਨੀ ਨਹੀਂ ਬਣ ਜਾਂਦਾ, ਕਹਿਣ ਦੇ ਨਾਲ ਕੋਈ ਪਾਪੀ ਵੀ ਨਹੀਂ ਬਣ ਜਾਂਦਾ। ਔਰ ਕਰ ਕਰਨਾ ਲਿਖ ਲੈ ਜਾਹੇ, ਜਿਹੜਾ ਤੁਸੀਂ ਕੀਤਾ, ਜਿਹੜਾ ਤੁਸੀਂ ਕਮਾਇਆ, ਜਿਹੜਾ ਤੁਸੀਂ ਨਾਲ ਲੈ ਕੇ ਚੱਲੇ ਹੋ, ਉੱਥੇ ਪਤਾ ਲੱਗਣਾ ਵੀ ਤੁਸੀਂ ਪੁੰਨੀ ਹੋ ਕਿ ਪਾਪੀ ਹੈਗੇ ਹੋ। ਤੁਹਾਡੇ ਕਰਮਾਂ ਤੇ ਨਿਬੇੜਾ ਹੋਣਾ ਹੈ। ਔਰ ਇਸ ਕਰਕੇ ਕੋਈ ਕਹਿਣ ਦੇ ਨਾਲ ਅਸੀਂ ਅਖਵਾਉਣਾ ਚਾਹੁੰਦੇ ਹਾਂ ਪੁੰਨੀ, ਪਰ ਬਣਨਾ ਨਹੀਂ ਚਾਹੁੰਦੇ, ਮਾਫੀ ਦੇਣੀ। ਕਿਤੇ ਅਸੀਂ ਬਣਨਾ ਵੀ ਚਾਹੀਏ ਨਾ ਸੱਚਮੁੱਚ, ਫਿਰ ਤੇ ਖੇਡ ਕੁਝ ਹੋ ਰਹੀ ਹੈਗੀ ਹੈ। ਅਸੰਖ ਪਾਪੀ ਪਾਪ ਕਰ ਜਾਹੇ, ਸਾਹਿਬ ਕਹਿੰਦੇ ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਐਸੇ ਨੇ ਜਿਹੜੇ ਝੂਠ ਬੋਲ ਰਹੇ ਨੇ, ਬਸ ਕੂੜ ਦੇ ਵਿੱਚ ਫਸੇ ਨੇ, ਕੂੜ ਦਾ ਮਹਿਲ ਉਸਾਰੀ ਜਾ ਰਹੇ ਨੇ, ਕੂੜ ਦੀਆਂ ਹੀ ਬਸ ਸਾਰਾ ਕੁਝ ਕਰੀ ਜਾ ਰਹੇ ਨੇ। ਜਦੋਂ ਕਿ ਮਹਾਰਾਜ ਨੇ ਤਾਂ ਜਪਜੀ ਸਾਹਿਬ 'ਚ ਸ਼ੁਰੂਆਤ ਵਿੱਚ ਆਖਿਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਚਿਆਰਾ ਕਿਵੇਂ ਹੋਣਾ ਹੈ, ਕੂੜ ਦੀ ਕੰਧ ਕਿਵੇਂ ਟੁੱਟਣੀ ਹੈ। ਪਰ ਦੁਖਾਂਤ ਹੈ, ਇੱਥੇ ਅਸੰਖ ਹੀ ਲੋਕ ਐਸੇ ਨੇ ਜਿਹੜੇ ਆਪ ਹੀ ਕੂੜ ਦੀਆਂ ਕੰਧਾਂ ਖੜੀਆਂ ਕਰ ਰਹੇ ਨੇ। ਉਹ ਤਾਂ ਕਿਹੜੀ ਢਾਉਣੀ ਸੀ ਜਿਹੜੀ ਬਣੀ ਹੋਈ ਹੈ, ਉਹ ਢਾਉਣ ਦਾ ਤਾਂ ਖਿਆਲ ਵੀ ਨਹੀਂ ਆਇਆ। ਹੋਰ ਇਹ ਕੂੜ ਦੇ ਮਹਿਲ ਉਸਾਰਤੇ, ਝੂਠ ਦੇ ਮਹਿਲ ਉਸਾਰਤੇ, ਕੂੜ ਕਮਾ ਰਹੇ ਨੇ। ਮਹਾਰਾਜ ਕਹਿੰਦੇ ਅਸੰਖ ਕੂੜਿਆਰ ਕੂੜੇ ਨੇ, ਜਿਹੜੇ ਕੂੜੇ ਫਿਰਾਹੇ, ਬਸ ਇੱਦਾਂ ਹੀ ਫਿਰ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਨਜ਼ਰ ਆਉਣਗੇ ਜਿਹੜੇ ਝੂਠ ਬੋਲਦੇ ਨੇ, ਕੂੜ ਦਾ ਪ੍ਰਚਾਰ ਕਰਦੇ ਨੇ। ਆਹ ਜਿਹੜਾ ਹੈਗਾ, ਆਪਾਂ ਕਈ ਵਾਰੀ ਕਹਿੰਦੇ ਜੀ ਕੂੜ ਪ੍ਰਚਾਰ ਹੈ। ਕੂੜ ਪ੍ਰਚਾਰ ਕੀ ਹੈ? ਜੋ ਚੀਜ਼ ਹੈ ਨਹੀਂ ਉਹ ਕਹੀ ਜਾਣਾ, ਜੋ ਚੀਜ਼ ਹੋ ਨਹੀਂ ਸਕਦੀ ਉਹ ਕਹੀ ਜਾਣਾ, ਜੋ ਚੀਜ਼ ਕਰਨੀ ਉਹ ਨਹੀਂ ਉਹ ਕਹੀ ਜਾਣਾ। ਖਿਮਾ ਕਰਿਓ, ਵੋਟਾਂ ਵੇਲੇ ਤੁਹਾਨੂੰ ਇਹ ਸਾਰਾ ਕੁਝ ਦਿਸੇਗਾ। ਵੈਸੇ ਤਾਂ ਵੋਟਾਂ ਵੇਲੇ ਦਿਸ ਕੇ ਫਿਰ 5 ਸਾਲ ਉਹ ਆਪਾਂ ਵੇਖ ਸਕਦੇ ਹਾਂ। ਜਦੋਂ ਐਨ ਦਿਨ ਹੁੰਦੇ ਨੇ ਉਦੋਂ ਹੁੰਦਾ ਵੀ ਨਸ਼ੇ ਖਤਮ ਹੋ ਜਾਣਗੇ। ਕੂੜ ਪ੍ਰਚਾਰ ਹੀ ਇਹੋ। 10-10 ਸਾਲ ਲੰਘ ਜਾਂਦੇ ਨੇ, ਕਿਹੜੇ ਨਸ਼ੇ ਖਰਾਬ ਹੋ ਗਏ। ਲੋਕਾਂ ਦੇ ਘਰਾਂ 'ਚ ਲਾਸ਼ਾਂ ਵਿਛ ਰਹੀਆਂ ਨੇ, ਸੱਥਰ ਵਿਛ ਰਹੇ ਨੇ, ਔਰ ਰੋਜ਼ ਸਾਈਡ ਹੋ ਰਹੇ ਨੇ, ਰੋਜ਼ ਆਤਮ ਹੱਤਿਆ ਹੋ ਰਹੀਆਂ ਨੇ, ਕਿਸਾਨ ਮਰ ਰਹੇ ਨੇ। ਪਰ ਉਦੋਂ ਕੀ ਹੁੰਦਾ? ਤੁਹਾਡਾ ਕਰਜ਼ਾ ਸਾਰਾ ਮਾਫ ਕਰ ਦਿੱਤਾ ਜਾਏਗਾ। ਕਿਸਾਨਾਂ ਨੂੰ ਕੀ ਕੀਤਾ ਜਾਂਦਾ ਹੈ? ਜਿੰਨੇ ਕਰਜ਼ੇ ਨੇ ਸਾਰੇ ਕਰਜ਼ੇ ਮਾਫ ਕੀਤੇ ਜਾਣਗੇ। ਪਰ ਕਿਹਦੇ ਕਰਜ਼ੇ ਮਾਫ ਹੋ ਗਏ? ਜੇ ਮਾਫ ਹੋਏ ਹੋਣ ਤਾਂ ਰੋਜ਼ ਆਤਮ ਹੱਤਿਆ ਹੋਣ, ਰੋਜ਼ ਸੁਸਾਈਡ ਕਰਨ ਲੋਕ। ਇਹ ਸਾਰਾ ਕੁਝ ਅਸੀਂ ਵੇਖ ਰਹੇ ਹਾਂ। ਨਸ਼ੇ ਖਤਮ ਹੋ ਜਾਣਗੇ। ਕਿਹੜੇ ਨਸ਼ੇ ਖਤਮ ਹੋ ਗਏ? ਹਾਂ, ਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ, ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਕਿਹੜੇ ਰੁਜ਼ਗਾਰ? ਬੇਰੁਜ਼ਗਾਰੀ ਨੇ ਆਪਣੇ ਪੈਰ ਪਸਾਰ ਛੱਡੇ ਨੇ। ਤੁਸੀਂ ਵੇਖਦੇ ਹੀ ਹੋ ਸਾਰਾ ਕੁਝ। ਕੰਪਨੀਆਂ ਕਿਹੜੀਆਂ ਖੋਲਣੀਆਂ ਨੇ, ਸਗੋਂ ਬਣੀਆਂ ਹੋਈਆਂ ਕੰਪਨੀਆਂ ਵੀ ਬੰਦ ਕੀਤੀਆਂ ਜਾਂਦੀਆਂ ਨੇ। ਐਸਾ ਕੁਝ ਵੀ ਆਪਾਂ ਵੇਖਦੇ ਆ। ਕਿਹੜੇ ਕਾਰਖਾਨੇ, ਕਿਹੜੀਆਂ ਫੈਕਟਰੀਆਂ ਅਸੀਂ ਬਾਹਰਲੇ ਦੇਸ਼ਾਂ ਦੇ ਨਾਲ ਟਾਈ ਅਪ ਕਰਾਂਗੇ, ਸਾਰਾ ਕੁਝ ਵਿੱਚ ਹੀ ਰਹਿ ਜਾਂਦਾ। ਅਸੰਖ ਹੀ ਲੋਕ ਨੇ ਐਸੇ ਜਿਹੜੇ ਇਸ ਤਰ੍ਹਾਂ ਦੇ ਚੱਕਰਾਂ 'ਚ ਪਏ ਨੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ। ਅਸੰਖ ਮਲੇਸ਼ ਨੇ ਜਿਹੜੇ ਮੈਲ ਖਾ ਰਹੇ ਨੇ, ਲੋਕਾਂ ਦੀ ਮੈਲ ਖਾ ਰਹੇ ਨੇ, ਪੱਖ ਖਾਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਨਿੰਦਕ ਸਿਰ ਕਰਹਿ ਭਾਰ। ਇੱਥੇ ਸਤਿਗੁਰੂ ਕਹਿੰਦੇ ਅਸੰਖ ਹੀ ਨਿੰਦਕ ਵੀ ਨੇ ਜਿਹੜੇ ਨਿੰਦਿਆ ਕਰ ਕਰਕੇ ਆਪਣੇ ਸਿਰ ਤੇ ਭਾਰ ਹੀ ਇਕੱਠਾ ਕਰੀ ਜਾ ਰਹੇ ਨੇ। ਨਿੰਦਿਆ ਦੇ ਬਾਰੇ ਬਾਣੀ 'ਚ ਬੜੀ ਵਾਰ ਸੇਧ ਦਿੱਤੀ ਹੈ ਮਹਾਰਾਜ ਨੇ। ਦੇਖੋ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ
करन। महाराज कहते किसी की भी निंदिया चंगी नहीं है, निंदिया तो करनी होनी चाहिए। निंदिया करने वाले का नुकसान है, जिहदी कीती जा रही है मासा भर भी नुकसान नहीं हुंदा। और है दा गल हाले तक भी नहीं असीं समझे, असीं निंदिया करन वालियां नूं उन्ना जिहड़ा डीपली नहीं लैंदे जिन्ना जिहदी कीती जा रही है उस संबंध विच आपां करदे आ। जे कोई किसी दे कोई निंदिया करदा आपां उहनूं जा तेरी निंदिया करदा हो, तेरे बारे ये कहंदा, लड़ाइयां पवा देने, झगड़े पा देने। जिहड़ा कर रहा उहनूं नहीं कहंदे तू यार क्यों कमला होया है, जिहदी तू निंदिया कर रहा तो तू कपड़े धोई जा रहा है। बाबा कबीर साहब जी ने इसे करके आख्या सी। बाबा कबीर साहब कहते कि तां मैं अपनी माँ का धन्नवादी हाँ जिन्हें मैनू जन्म दिता, मेरा गंद साफ किया। वो आप सारे उस सिचुएशन चो लंघते हैं जिमें बच्चों को जन्म देंदियां ने मावां, जिमें साडा गंद मंद साफ करदियां ने, वो सारे उस चो लंघते हैं आप। एक तो बाबा कबीर साहब कहते, दूजा मैं ना अपने निंदकों का भी बहुत धन्नवादी हाँ। बाबा जी निंदकों के क्यों? कहते असल में इन्हों ने भी मेरे कपड़े धोते ने। जिथे बाबा कबीर साहब के शब्द पढ़ियो ना तुसी, वो आ वचन करते, निंदक हमरे कपड़े धोवे। निंदा कर करके इन्हां ने भी जिहड़ी मैनू मैल लगदी सी, जो मेरे चौकण सी, कोई घाटा सी, और इन्हां ने रौला पाया ते आपां सुधार लईआं, भला होवे निंदकां दा। सो इस पासे समा नहीं है। महाराज सच्चे पातशाह कहते असंख्य ही वो ने निंदिया कर करके अपने सिर ते भारे चुकी फिरदे ने। हुण अगे की कह रहे, नानक नीच कह विचार। भागां वालिओ आ पंक्ति नूं ध्यान नाल सुनना। इत्थे कई बारी असीं पता की करते हैं, नानक नीच कह विचार, सारे अर्थ बदल जाणगे। बहुत बड़ा एक तरह का साडे तो अज्ञानता वस पाप ही हो जाएगा जे आप कहांगे नानक नीच कहे विचार। फिर ये अर्थ पता की होणगे भी नानक साहिब जी नीवें तरह के विचार कह रहे हैं, घटिया तरह के विचार दे रहे हैं। गुरु नानक के विचार तो नहीं घटिया, गुरु नानक के विचारों का मुकाबला किने कर लेना है, गुरु नानक के फलसफे का मुकाबला किने कर लेना है। इस करके नानक नीच कह विचार कदे नहीं पढ़ना, भुल के भी नहीं पढ़ना। याद रखियो गुट के आंदे ध्यान रखना हैगा। कोशिश करियो ते माड़ा जिहा किते कच्चे पेंसिल नाल भावें उत्थे निशानी भी ला लियो, कोई शायद गुनाह नहीं है, क्योंकि गलत पढ़न नालों चंगा हैगा। इत्थे नानक नीच, गुरु साहब अपने आप नूं नीवां कह रहे ने, अपने आप नूं निमरता विच जाके कह रहे ने। कहंदे मैं नीच नानक, मैं गरीब नानक। कई थावां ते इस तरह के बचन आउणगे। कहंदे ने मैं जिहड़ी भी नानक नीच कह विचार, ये गुरु नानक साहब महाराज जी के विचार ने। वारिया ना जावा एक बार, मैं परमेश्वर की खेड़ तो एक बार भी नहीं वारने जा सकता। जो तुद भावै साई भली कार, तू सदा सलामत निरंकार। सतगुरु साहब सच्चे पातशाह जी ने इस पौड़ी के अंदर, इस पसारे के अंदर जैसे माड़े लोग ने, चंगे भी लोग ने, माड़े भी लोग ने, असंख जप असंख भाव वाले भी ने, असंख पूजा असंख तपताओ वाले भी ने, पर असंख मूर्ख अंधघोर, असंख चोर हरामखोर ये भी ने। हुण आपां ने देखना भी अपनी गिनती किधर होनी चाहिए है। आप चंगे पासे जाना है, गुरु साहब के उपदेश सुन के मनने ने, कमाने ने, ताकि साडा लोक सुखी अते परलोक सफला हो जाए। महाराज कादर दी कुदरत का जिक्र कर रहे हैं, परमेश्वर का जिक्र कर रहे हैं। वो सदा ही सलामत है, वो निरंकार तो रहत है, जो उन्होंने पाउंदा है वही वापरिया। महाराज कृपा करन ये पावन उपदेश साडी समझ विच आवे, असीं इन्हां नूं कमा सकीए। इन्नियां क बेनतियां प्रवान करियो। धन्नवाद सारी संगत दा। भुल चुक दी खिमा, बाणी दी विचार करदियां होईयां तमाम गलतियां गरीब नवाज खिमा करनगे। सारियां दा धन्नवाद। आओ अंतलियां पंक्तियां पढ़ के फतेह दी सांझ पाईए। श्री आनंद साहिब जी दे पाठ विच जुड़िए जी। वारिया ना जावा एक बार, जो तुद भावै साई भली कार, तू सदा सलामत निरंकार। वाहिगुरु जी का खालसा, वाहिगुरु जी की फतेह।